ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ। ਪੰਜਾਬ ਐਬਰੋਡ ਦੇ ਵਿੱਚ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਵੈਲਕਮ ਟੂ ਦਾ ਸ਼ੋ ਸਰ। ਸਤਿ ਸ਼੍ਰੀ ਅਕਾਲ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਕਿ ਅਮਰੀਕਾ ਦਾ ਕੀ ਬਣਿਆ, ਅਪਾਇੰਟਮੈਂਟਸ ਦੀਆਂ ਡੇਟਸ ਦਾ ਕੀ ਬਣਿਆ, ਕਦੋਂ ਤੱਕ ਅਸੀਂ ਅਮਰੀਕਾ ਪਹੁੰਚਾਂਗੇ, ਕਿਉਂਕਿ ਕਾਫੀ ਜ਼ਿਆਦਾ ਕਨਫਿਊਜ਼ਨਸ ਨੇ। ਸੋ ਕਲੈਰਿਟੀ ਤੁਹਾਡੇ ਕੋਲੋਂ ਚਾਹੀਦੀ ਹੈ ਸਾਨੂੰ। ਸਰ ਬੇਸਿਕਲੀ B1 B2 ਦਾ ਸਭ ਤੋਂ ਵੱਧ ਸਵਾਲ ਆਉਂਦੇ ਨੇ ਔਰ ਸਾਡੇ ਲਾਈਕ ਇੱਥੇ ਵੀ ਸਭ ਤੋਂ ਵੱਧ ਮੈਸੇਜ B1 B2 ਦੇ ਉੱਪਰ ਹੀ ਹੁੰਦੇ। B1 B2 ਵਾਲੇ ਲਈ ਸਾਨੂੰ ਥੋੜਾ ਬਹੁਤ ਹੋਰ ਸਬਰ ਕਰਨਾ ਪਏਗਾ, ਬਿਕੋਜ਼ ਅਗਰ ਅਸੀਂ ਐਗਜ਼ੈਕਟਲੀ ਐਮਬੈਸੀ ਇੰਟਰਵਿਊ ਦੇ ਹਿਸਾਬ ਨਾਲ ਜਿਹੜੀ ਕਿ ਉਹਨਾਂ ਨੇ ਕਿਸੇ ਪ੍ਰਾਈਵੇਟ ਚੈਨਲ ਨੂੰ ਦਿੱਤੀ ਹੈ, ਉਹਦੇ ਵਿੱਚ ਖਾਸ ਸਾਫ਼ ਕੀਤਾ ਗਿਆ ਕਿ ਜਿਹੜੀ ਟਰੈਵਲਿੰਗ ਹੈ ਉਹ ਸਤੰਬਰ ਤੋਂ ਸ਼ੁਰੂ ਹੋਣੀ ਹੈ, ਔਰ ਜਿਹਦਾ ਅਗਰ ਅਰਥ ਕੱਢਿਆ ਜਾਵੇ ਤੇ ਤੁਹਾਡੇ ਕੋਲ ਮਈ ਤੱਕ ਜਿਹੜੀਆਂ ਅਪਾਇੰਟਮੈਂਟਸ ਸ਼ਾਇਦ ਹੀ ਅਵੇਲੇਬਲ ਹੋਣ। ਓਕੇ, ਸੋ ਜਿਹੜੀ ਸ਼ੁਰੂਆਤ ਹੋ ਸਕਦੀ ਹੈ ਉਹ ਤੁਹਾਡੇ ਕੋਲ ਜੂਨ ਜੁਲਾਈ ਤੋਂ ਅਪਾਇੰਟਮੈਂਟਸ ਦੀ ਸ਼ੁਰੂਆਤ ਹੋ ਸਕਦੀ ਹੈ ਕਿ ਮਿਲਣੀਆਂ, ਤਾਂ ਹੀ ਪੋਸੀਬਲ ਬਣਦਾ ਕਿ ਤੁਸੀਂ ਸਤੰਬਰ ਤੱਕ ਜਾ ਸਕੋ। ਲਾਸਟ ਵੀਕ ਦੀਆਂ ਸਟੂਡੈਂਟ ਅਪਾਇੰਟਮੈਂਟਸ ਨੂੰ ਵੀ ਬ੍ਰੇਕ ਲੱਗੀ ਹੈ, ਬਟ ਤੁਸੀਂ ਵੇਖੋਗੇ ਨੈਕਸਟ ਵੀਕ ਤੋਂ ਉਹ ਓਪਨ ਹੋ ਜਾਣਗੀਆਂ, ਬਿਕੋਜ਼ ਸਟੂਡੈਂਟ ਅਪਾਇੰਟਮੈਂਟਸ ਬਹੁਤ ਜ਼ਿਆਦਾ ਦੇਰ ਨਹੀਂ ਰੁਕਦੀਆਂ ਹੁੰਦੀਆਂ। ਸਟੂਡੈਂਟ ਅਪਾਇੰਟਮੈਂਟਸ F1 ਦੀਆਂ, M1 ਦੀਆਂ, J1 ਦੀਆਂ ਤਕਰੀਬਨ ਸਾਰੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਇਹ ਅਸੀਂ ਵੇਖਿਆ ਸੀ ਕਿ ਲੋਕਡਾਊਨ ਦੇ ਵਿੱਚ ਵੀ ਨਹੀਂ ਰੁਕੀਆਂ ਸੀ, ਉਹਦੇ ਵਿੱਚ ਵੀ ਔਨ ਐਂਡ ਆਫ ਮਿਲਦੀਆਂ ਰਹੀਆਂ। ਔਰ ਅੰਬੈਸੀ ਨੇ ਹੁਣ ਸਪੈਸ਼ਲੀ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਕਿ ਜਿਸ ਤਰੀਕੇ ਨਾਲ ਇੱਕ ਬਿਜ਼ਨਸ ਦੁਆਰਾ ਰੀਓਪਨ ਹੁੰਦਾ, ਇਹ ਵਰਡਸ ਯੂਜ਼ ਕੀਤੇ ਗਏ, ਔਰ ਉਸੇ ਤਰੀਕੇ ਨਾਲ ਅੰਬੈਸੀ ਇਜ਼ ਅਗੇਨ ਓਪਨ। ਔਰ ਫਿਲਹਾਲ ਕੈਟਰ ਕਰਨ ਨੂੰ ਜਿਹੜਾ ਆ ਸਟੂਡੈਂਟ ਵਾਲੀਆਂ ਸਰਵਿਸਿਜ਼ ਨੂੰ ਕੈਟਰ ਕਰਨ ਦੀ ਤਿਆਰੀ ਵਿੱਚ ਹੈ, ਔਰ ਸਟੂਡੈਂਟਸ ਦੀਆਂ ਹਾਲੇ ਵੀ ਜਿਹੜੀਆਂ ਡ੍ਰੌਪਬਾਕਸ ਐਪਲੀਕੇਸ਼ਨਸ ਆ ਉਹ ਚੱਲ ਰਹੀਆਂ ਨੇ। ਵਿੱਚੋਂ ਕੁਝ ਸਟੂਡੈਂਟਸ ਨੂੰ ਇੰਟਰਵਿਊ ਵੀ ਕਾਲ ਆਉਂਦੀ ਹੈ ਡ੍ਰੌਪਬਾਕਸ ਦੇ ਬਾਵਜੂਦ ਵੀ। ਹਾਲੇ ਇੰਡੀਆ ਦੇ ਵਿੱਚ ਡ੍ਰੌਪਬਾਕਸ ਇੰਨਾ ਜ਼ਿਆਦਾ ਪਪੂਲਰ ਨਹੀਂ ਹੈਗਾ। ਜਿਹੜੀਆਂ B1 B2 ਦੀਆਂ ਡ੍ਰੌਪਬਾਕਸ ਨੇ ਉਹ ਦੇ ਆਰ ਲਾਈਕ ਗੈਟਿੰਗ ਸਮੂਥਲੀ, ਉਹ ਐਪਲੀਕੇਸ਼ਨਸ ਨਿਕਲ ਰਹੀਆਂ ਨੇ। ਬਟ ਜਿਹੜੀਆਂ F1 ਦੀਆਂ ਡ੍ਰੌਪਬਾਕਸ ਐਪਲੀਕੇਸ਼ਨਸ ਆ ਉਹਦੇ ਸਟੂਡੈਂਟਸ ਕੋਲ ਹਾਲੇ ਬਾਈਪਾਸ ਵਾਲਾ ਮਸਲਾ ਨਹੀਂ ਹੈਗਾ। ਸੋ ਸਟੂਡੈਂਟਸ ਨੂੰ ਉਹਦੇ ਵਿੱਚ ਲਗਾਤਾਰ ਇੰਟਰਵਿਊ ਦਾ ਸਾਹਮਣਾ ਕਰਨਾ ਪੈ ਰਿਹਾ ਹਾਲੇ ਵੀ। ਔਰ ਇਮੀਗ੍ਰੈਂਟਸ ਦੇ ਵਿੱਚ ਹਾਲੇ ਅਪਾਇੰਟਮੈਂਟਸ ਦੇ ਨਹੀਂ ਰਹੇ, ਉਹ ਜਿਸ ਤਰੀਕੇ ਨਾਲ ਅਸੀਂ ਇੰਡੀਵਿਜੂਅਲੀ ਸ਼ਡਿਊਲ ਕਰਦੇ ਹਾਂ, ਸੋ ਇਸ ਤਰੀਕੇ ਨਾਲ ਲਾਈਕ 1-to-1 ਕੇਸਿਸ ਜਿਹੜੀਆਂ ਇਮੀਗ੍ਰੈਂਟ ਕੇਸਿਸ ਦੀਆਂ ਉਹ ਅਪਾਇੰਟਮੈਂਟਸ ਲੈ ਰਹੇ ਹਾਂ। ਸੋ ਤਕਰੀਬਨ ਹਾਲੇ ਜਿਹੜੀਆਂ ਅਪਾਇੰਟਮੈਂਟਸ ਨੂੰ ਬਹੁਤ ਸਮੂਥਲੀ ਹੋਣ ਨੂੰ ਵੀ ਹਾਲੇ ਕਮ ਸੇ ਕਮ ਮਹੀਨਾ ਲੱਗੇਗਾ। ਬਟ ਸਟੂਡੈਂਟਸ ਨੂੰ ਨਿਰਾਸ਼ ਹੋਣ ਵਾਲੀ ਲੋੜ ਨਹੀਂ ਹੈਗੀ। ਸਟੂਡੈਂਟਸ ਜਿਹੜੇ ਮਈ ਦੀ ਇਨਟੇਕ ਲਈ ਹੈ ਉਹ ਸ਼ਾਇਦ ਸਟੂਡੈਂਟਸ ਨਾ ਜਾ ਪਾਉਣ ਇਹਨਾਂ I-20s ਦੇ ਉੱਪਰ। ਸੋ ਇਸ ਤੋਂ ਅਗਲੀਆਂ ਜਿਹੜੀਆਂ ਵੀ ਹੋਣਗੀਆਂ, ਚਾਹੇ ਤੁਹਾਡੇ ਕੋਲ ਜੁਲਾਈ ਦੀਆਂ ਹੈਗੀਆਂ ਲਾਈਕ I-20 ਸਟਾਰਟ ਡੇਟਸ ਹੈਗੀਆਂ, ਸੋ ਤੁਹਾਡੇ ਕੋਲ ਬਹੁਤ ਸਾਰੇ ਸਲੋਟਸ ਹਲੇ ਜੂਨ ਜੁਲਾਈ ਦੇ ਵਿੱਚ ਮਿਲ ਜਾਣਗੇ। ਸੋ ਬੀ ਪੇਸ਼ੈਂਟ, ਆਪਣੇ ਸਲੋਟਸ ਨੂੰ ਰੈਗੂਲਰਲੀ ਚੈੱਕ ਕਰਦੇ ਰਹਿਣਾ, ਔਰ ਉਹਦੇ ਨਾਲ ਤੁਹਾਡੇ ਕੋਲ ਜਿਹੜੀਆਂ ਅਪਾਇੰਟਮੈਂਟਸ ਆ ਸਮੂਥਲੀ ਤੁਸੀਂ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਅਪਡੇਟਸ ਮਿਲ ਜਾਏਗੀ, ਔਰ ਜਿਹੜੀਆਂ ਐਪਲੀਕੇਸ਼ਨਸ ਆ ਬਹੁਤ ਸਮੂਥਲੀ ਰਨ ਹੋਣ ਲੱਗ ਪੈਣਗੀਆਂ। ਸੋ ਪੇਸ਼ੈਂਸ ਇੱਕ ਸ਼ਬਦ ਇਸਤੇਮਾਲ ਕੀਤਾ ਹੈ ਅਰਵਿੰਦਰ ਜੀ ਨੇ, ਸੋ ਬੜਾ ਹੀ ਬਿਊਟੀਫੁਲ ਸ਼ਬਦ ਹੈ ਪੇਸ਼ੈਂਸ। ਲਾਈਫ ਦੇ ਵਿੱਚ ਹਮੇਸ਼ਾ ਇਹਦੀ ਜ਼ਰੂਰਤ ਪੈਂਦੀ ਆ। ਸੋ ਥੋੜਾ ਜਿਹਾ ਧੀਰਜ ਰੱਖੋ, ਥੋੜਾ ਜਿਹਾ ਪੇਸ਼ੈਂਸ ਰੱਖੋ, ਟਾਈਮ ਦੇ ਨਾਲ ਸਭ ਕੁਝ ਠੀਕ ਹੋ ਜਾਣਾ, ਡੋਂਟ ਵਰੀ। ਸੋ ਅਸੀਂ ਪੇਸ਼ੈਂਸ ਦੀ ਗੱਲ ਕੀਤੀ ਹੈ, ਪੇਸ਼ੈਂਸ ਨਾਲ ਹੀ ਅੱਗੇ ਵਧਣਾ ਚਾਹੀਦਾ, ਤਾਂ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਕਾਮਯਾਬੀ ਮਿਲ ਸਕਦੀ ਹੈ। ਸੋ ਪੇਸ਼ੈਂਸ ਦੇ ਨਾਲ ਅਸੀਂ ਅਗਲਾ ਸਵਾਲ ਪੁੱਛਦੇ ਹਾਂ। ਅਰਵਿੰਦਰ ਜੀ, ਰੁਝਾਨ ਵਧਿਆ ਹੈ ਪਿਛਲੇ ਦਿਨੀ ਇੰਗਲੈਂਡ ਜਾਣ ਦਾ ਵੀ, UK ਜਾਣ ਦਾ ਵੀ। ਅਸੀਂ ਜ਼ਿਆਦਾਤਰ ਗੱਲ ਅਮਰੀਕਾ ਦੀ ਕਰਦੇ ਹਾਂ, ਪਰ ਅੱਜ ਅਸੀਂ ਥੋੜਾ ਜਿਹਾ ਜ਼ਿਕਰ UK ਦਾ ਵੀ ਕਰੀਏ, ਕਿਉਂਕਿ ਕੁਝ ਲੋਕ ਇੰਟਰਸਟਿਡ ਨੇ ਉੱਥੇ ਜਾਣ ਦੇ ਵਿੱਚ ਵੀ। ਤਾਂ ਉੱਥੇ ਜਾ ਕੇ ਪੱਕੇ ਹੋਣਾ ਔਰ ਉੱਥੇ ਜਾ ਕੇ ਰਹਿਣਾ, ਸੈਟਲ ਹੋਣਾ, ਇਹ ਪੋਸੀਬਲ ਹੈ ਜਾਂ ਹਜੇ ਉਹ ਅਮਰੀਕਾ ਜਿੰਨਾ ਉੱਥੇ ਫੈਸਿਲਿਟੀ ਨਹੀਂ ਮਿਲਦੀ ਸਾਨੂੰ? ਸੰਦੀਪ ਜੀ, ਯੈਸ, ਪਿਛਲੇ ਲਾਈਕ 2011 ਦਾ UK ਵੀਜ਼ਾ ਸਟੂਡੈਂਟਸ ਦਾ ਬੰਦ ਹੋਇਆ ਸੀ, ਟੀਅਰ 4 ਕੈਟਾਗਰੀ ਹੈ ਇਹ, ਔਰ 2019 ਦੇ ਲਾਈਕ ਲੇਟ ਐਂਡ ਤੇ ਬਿਲਕੁਲ ਜਾ ਕੇ ਇਹ ਸ਼ੁਰੂਆਤ ਹੋਈ ਇਹਦੀ। ਔਰ ਬਹੁਤ ਕੋਵਿਡ ਤੋਂ ਪ੍ਰੀ ਕੋਵਿਡ ਵੀ ਥੋੜਾ ਸਮਾਂ ਸੀਗਾ, ਪਰ UK ਨੇ ਵੀਜ਼ਾ ਲਾਈਕ ਆਲਮੋਸਟ 10 ਸਾਲ ਬਾਅਦ ਗ੍ਰਾਂਟ ਕਰਨੇ ਸ਼ੁਰੂ ਕੀਤੇ। ਓਕੇ, ਔਰ UK ਬਹੁਤ ਲੁਕਰੇਟਿਵ ਬਣਾ ਕੇ ਲੈ ਕੇ ਆਇਆ, ਬਿਕੋਜ਼ 31 ਦਸੰਬਰ 2020 ਨੂੰ ਇਹ ਬ੍ਰੈਗਜ਼ਿਟ ਹੋਇਆ, ਬ੍ਰੇਕਅਪ ਹੋਇਆ ਯੂਰਪੀਅਨ ਯੂਨੀਅਨ ਤੋਂ, ਔਰ 1 ਜਨਵਰੀ 2020 ਤੇ ਇਹ ਇੱਕ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਕੇ ਇਹਨੇ ਨਾਲ ਹੀ ਇਮੀਗ੍ਰੇਸ਼ਨ ਦੇ ਲਾਜ਼ ਚੇਂਜ ਕਰਤੇ। ਸੋ ਪੁਆਇੰਟ ਬੇਸਡ ਇਮੀਗ੍ਰੇਸ਼ਨ ਪਾਲਿਸੀ ਨਵੀਂ ਬਣ ਗਈ। ਸੋ ਹੁਣ ਪੁਆਇੰਟਾਂ ਦੇ ਆਧਾਰ ਦੇ ਉੱਪਰ ਸੈਟਲਮੈਂਟ ਦੀਆਂ, ਜਿੱਦਾਂ ਸਾਡੇ ਕੋਲ ਕੈਨੇਡਾ ਦੇ ਵਿੱਚ ਹੈ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਹੈ, ਸੇਮ ਤਰੀਕੇ ਨਾਲ UK ਦੇ ਵਿੱਚ ਹੁਣ PR ਦੀ ਪੋਸੀਬਿਲਿਟੀਜ਼ ਹੋਣ ਲੱਗ ਪਈ। ਔਰ UK ਇਨ ਟਰਮਸ ਆਫ ਮੇਕਿੰਗ ਮਨੀ ਇੱਕ ਚੰਗਾ ਮੁਲਕ ਆ, ਔਰ ਸਾਡੀ ਆਲਮੋਸਟ ਚੌਥੀ ਪੀੜ੍ਹੀ, 4th ਜਨਰੇਸ਼ਨ ਹੈ ਸਾਡੀ ਜਿਹੜੀ ਇਸ ਟਾਈਮ ਇੰਗਲੈਂਡ ਦੇ ਵਿੱਚ। ਔਰ ਸਾਡੇ ਸਭ ਤੋਂ ਪਹਿਲਾਂ ਅਗਰ ਕਿਸੇ ਮੁਲਕ ਦਾ ਪੰਜਾਬੀਆਂ ਨੇ ਰੁੱਖ ਕੀਤਾ ਸੀ ਤਾਂ ਵਲਾਇਤ, ਅਸੀਂ ਹਮੇਸ਼ਾ ਵਲਾਇਤ ਬੋਲਦੇ ਹਾਂ, ਵਲਾਇਤ ਜਾਣਾ, ਤਾਂ ਵਲਾਇਤ ਬੇਸਿਕਲੀ UK ਦੀ ਕਹਾਣੀ ਸੀਗੀ ਕਿ UK ਤੋਂ ਸਾਡੀ ਸ਼ੁਰੂਆਤ ਹੋਈ, ਜਿਹੜੇ ਸਾਡੇ
ਸਭ ਤੋਂ ਵੱਧ ਜਿਹੜੇ ਪੁਰਖੇ ਬਾਹਰ ਜਾਣ ਦੀ ਗੱਲ ਕਰਨ ਲੱਗੇ ਔਰ ਬਾਹਰ ਜਾ ਕੇ ਜਿਹਨੂੰ ਅਸੀਂ ਕਹਿੰਦੇ ਕਿ ਪ੍ਰੋਸਪੈਰਿਟੀ ਅਸੀਂ ਵੇਖੀ ਤਾਂ ਉਹ ਇਸੇ ਧਰਤੀ ਤੋਂ ਹੀ ਵੇਖੀ। ਯੂਕੇ ਅੱਜ ਦੀ ਡੇਟ ਵਿੱਚ ਪਿਛਲੇ ਅਗਰ ਅਸੀਂ ਸਾਲ ਡੇਢ ਸਾਲ ਦੇ ਵਿੱਚ ਵੇਖੀਏ ਇੱਕ ਵੀਜ਼ਾ ਡਿਨਾਈ ਨਹੀਂ ਹੋਇਆ। ਸੋ ਤਕਰੀਬਨ ਇਹਦਾ ਮਤਲਬ ਇਹ ਹੈ ਕਿ ਯੂਕੇ ਦੇ ਵਿੱਚ ਸਕਸੈਸ ਸਟੋਰੀਜ਼ ਬਹੁਤ ਬਿਹਤਰ ਨੇ, ਬਹੁਤ ਜ਼ਿਆਦੀਆਂ। ਯੂਕੇ ਦੇ ਵਿੱਚ ਹੁਣ ਪਹਿਲਾਂ ਵਰਗੀਆਂ ਕੰਡੀਸ਼ਨਸ ਨਹੀਂ ਹੈਗੀਆਂ ਕਿ ਜਿੱਦਾਂ ਤੁਸੀਂ ਪਹਿਲਾਂ ਕਾਲਜਸ ਚੱਲ ਜਾਂਦੇ ਸੀ, ਸਸਤਾ ਚੱਲ ਜਾਂਦੇ ਸੀ। ਸੋ ਸਸਤੇ ਨੂੰ ਥੋੜਾ ਬਹੁਤ ਬ੍ਰੇਕ ਹੈਗੀ ਆ। ਸੋ ਇਸ ਟਾਈਮ ਤੁਹਾਡੇ ਕੋਲ ਇਕਲੌਤੀ ਪੋਸੀਬਿਲਿਟੀ ਹੈਗੀ ਕਿ ਤੁਸੀਂ ਯੂਨੀਵਰਸਿਟੀ ਜਾ ਸਕਦੇ ਆ। ਓਕੇ। ਸੋ ਯੂਨੀਵਰਸਿਟੀ 8500 ਪਾਉਂਡ ਤੋਂ ਫੀਸਾਂ ਸ਼ੁਰੂ ਹੁੰਦੀਆਂ ਨੇ ਔਰ 15000 ਪਾਉਂਡ ਤੱਕ ਫੀਸ ਆ ਸਾਲਾਨਾ। ਓਕੇ। ਸੋ 8.5 ਲੱਖ ਤੋਂ ਲੈ ਕੇ 15 ਲੱਖ ਦਾ ਸਾਲਾਨਾ ਖਰਚਾ ਆ ਜਿਹੜੀ ਸਟੂਡੈਂਟਸ ਦੀ ਫੀਸ ਹੈ। ਸੋ ਅਗਰ ਅਸੀਂ ਅੰਡਰ ਗ੍ਰੈਜੂਏਟ ਦੀ ਗੱਲ ਕਰੀਏ ਤਾਂ ਉਹਨਾਂ ਬੱਚਿਆਂ ਨੂੰ 3 ਸਾਲ ਪੜ੍ਹਨਾ ਪੈਂਦਾ ਹੈ, ਪਰ ਜਿਹੜੇ ਗ੍ਰੈਜੂਏਟਸ ਨੇ ਉਹ ਸਿਰਫ 1 ਸਾਲ ਪੜ੍ਹ ਕੇ ਉੱਥੇ PR ਹਾਸਲ ਕਰ ਸਕਦੇ ਨੇ ਜਾਂ ਵਰਕ ਪਰਮਿਟ ਲੈ ਸਕਦੇ ਨੇ, ਉਸ ਤਰ੍ਹਾਂ ਦਾ ਅਗਲਾ ਸਫ਼ਰ ਚਾਲੂ ਕਰ ਸਕਦੇ ਨੇ। ਸੋ ਅੰਡਰ ਗ੍ਰੈਜੂਏਟ ਹੋ ਚਾਹੇ ਤੁਸੀਂ ਗ੍ਰੈਜੂਏਟ ਹੋ, ਸੋ ਜਿੱਦਾਂ ਹੀ ਤੁਸੀਂ ਡਿਗਰੀ ਫਿਨਿਸ਼ ਕਰਦੇ ਹੋ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ। ਓ ਆਈ ਸੀ। 2 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ, ਪੁਆਇੰਟ ਬੇਸਡ ਇਮੀਗ੍ਰੇਸ਼ਨ ਪਾਲਿਸੀ ਹੈ। ਬੇਸਿਕਲੀ ਇਹਨੂੰ 70 ਪੁਆਇੰਟ ਚਾਹੀਦੇ ਨੇ। ਉਹ ਚੋਂ ਤੁਹਾਡੀ ਇਨਕਮ ਕਿੰਨੀ ਆ, ਤੁਹਾਡਾ ਇੰਗਲਿਸ਼ ਦਾ ਲੈਵਲ ਕਿੰਨਾ ਨਾ, ਔਰ ਬਹੁਤ ਸਾਰੇ ਜਿਹੜੇ ਪੁਆਇੰਟਸ ਨੇ ਉਹ ਤੁਹਾਡੀ ਜੌਬ ਬੇਸਡ ਨੇ। ਜੌਬ ਬੇਸਡ ਕਿ ਜੌਬ ਦੀ ਲਿਸਟਿੰਗ ਕਿਹੜੀ ਆ, ਜੌਬ ਦਾ ਏਰੀਆ ਕਿਹੜਾ, ਰੀਜਨ ਕਿਹੜਾ ਆ। ਰਾਈਟ। ਸੋ ਇਹ ਤੁਸੀਂ ਸਿਰਫ ਆਹੀ 2-3 ਚੀਜ਼ਾਂ ਕੰਸੀਡਰੇਸ਼ਨ ਵਿੱਚ ਲਿਆਓਗੇ ਤਾਂ ਤੁਹਾਡੇ ਜਿਹੜੇ 70 ਪੁਆਇੰਟਸ ਉਹ ਬਣ ਜਾਂਦੇ ਨੇ ਜਿਨ੍ਹਾਂ ਤੋਂ ਤੁਸੀਂ PR ਹਾਸਲ ਕਰ ਸਕਦੇ ਹੋ। ਓਕੇ। ਸੋ ਇੱਕ ਸਮੇਂ 'ਚ ਅਸੀਂ ਸੁਣਿਆ ਸੀਗਾ ਕਿ UK 'ਚ PR ਨਾਮ ਦੀ ਚੀਜ਼ ਹੈ ਨਹੀਂ ਹੈ, ਬਟ ਨਾਓ ਟਾਈਮ ਹੈਜ਼ ਚੇਂਜ। ਹੁਣ UK 'ਚ ਤੁਸੀਂ ਪੱਕੇ ਹੋ ਸਕਦੇ ਹੋ। ਸੋ ਲਗਭਗ 13 ਲੱਖ ਰੁਪਏ ਦੇ ਕਰੀਬ, 11 ਤੋਂ 13 ਲੱਖ ਰੁਪਏ ਦੇ ਕਰੀਬ ਤੁਹਾਨੂੰ ਫੰਡਸ ਦਿਖਾਉਣੇ ਹੁੰਦੇ ਆ। 1 ਮਹੀਨਾ ਪੁਰਾਣੇ, ਕੋਈ ਲੰਮਾ ਚੌੜਾ ਇੱਥੇ ਮਸਲਾ ਨਹੀਂ ਬਣਦਾ। ਔਰ ਇਸ ਟਾਈਮ UK ਦੀਆਂ ਜਿੰਨੀਆਂ ਯੂਨੀਵਰਸਿਟੀਜ਼ ਨੇ ਸਾਰੀਆਂ ਸਕਾਲਰਸ਼ਿਪਸ ਦੇ ਰਹੀਆਂ ਨੇ। ਸੋ ਸਕਾਲਰਸ਼ਿਪਸ ਦੇ ਵਿੱਚ ਵੀ ਕੋਈ ਯੂਨੀਵਰਸਿਟੀ 4-5 ਲੱਖ ਤੱਕ ਦੀਆਂ ਸਕਾਲਰਸ਼ਿਪਸ ਦੇ ਦਿੰਦੀਆਂ, ਨਹੀਂ ਤਾਂ ਲੱਖ ਰੁਪਇਆ ਸਕਾਲਰਸ਼ਿਪ ਤੇ ਮਾੜੀ ਤੋਂ ਮਾੜੀ ਯੂਨੀਵਰਸਿਟੀ ਵੀ ਇਸ ਟਾਈਮ ਦੇ ਦਿੰਦੀ ਹੈ। ਓਕੇ। ਔਰ UK ਯੂਨੀਵਰਸਿਟੀ ਦਾ ਜਿਹੜਾ ਸਾਡੇ ਸਟੂਡੈਂਟਸ ਲਈ, ਪੇਰੈਂਟਸ ਲਈ, ਸਾਡੇ ਦਰਸ਼ਕਾਂ ਲਈ ਇੱਕ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਤਮਾਮ ਦੁਨੀਆ ਭਰ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ ਸਾਡੇ ਉੱਥੇ ਸਭ ਜਗ੍ਹਾ ਜਿਹੜੇ ਕਰੀਅਰਸ ਨੇ ਉਹ ਐਜੂਕੇਸ਼ਨ ਨਾਲ ਲਿੰਕ ਨਹੀਂ ਹੈਗੇ। ਸੋ ਸਿੰਕਰੋਨਾਈਜ਼ ਨਹੀਂ ਹੈਗੇ ਐਜੂਕੇਸ਼ਨ ਦੇ ਨਾਲ। ਬਟ ਅਸੀਂ ਆਪਣੇ ਸਮਾਜ ਦੇ ਵਿੱਚ UK ਯੂਨੀਵਰਸਿਟੀ ਗ੍ਰੈਜੂਏਟਸ ਘੱਟ ਵੇਖੇ ਆ, ਬਿਕੋਜ਼ ਪ੍ਰੋਵੀਜ਼ਨ ਸੀਗੀ ਤੁਹਾਡੇ ਕੋਲ ਸਸਤੇ ਕਾਲਜ ਤੁਸੀਂ ਪੜ੍ਹ ਸਕਦੇ ਸੀ, 2-4000 5,000 ਪਾਉਂਡ ਵਾਲੇ ਚ ਤੁਸੀਂ ਉਹੀ ਹਮੇਸ਼ਾ ਪ੍ਰੈਫਰ ਕੀਤਾ। ਹਾਂਜੀ। ਸੋ ਯੂਨੀਵਰਸਿਟੀ ਗ੍ਰੈਜੂਏਟਸ ਸਾਡੇ ਸਮਾਜ ਵਿੱਚ ਘੱਟ ਨੇ। ਨਹੀਂ ਤਾਂ UK ਯੂਨੀਵਰਸਿਟੀ ਜਿਹੜੀ ਸਕਸੈਸ ਸਟੋਰੀ ਹੈ ਉਹ ਇਸ ਤਰੀਕੇ ਨਾਲ ਲਿਖਦੇ ਨੇ ਕਿ ਇਸ ਯੂਨੀਵਰਸਿਟੀ ਵਿੱਚ ਜਿਹੜਾ ਕਰੀਅਰ ਐਗਜ਼ੈਕਟਲੀ ਜਿਹੜੇ ਬੱਚਿਆਂ ਨੇ ਉਹੀ ਕਰੀਅਰ ਲਿਆ ਜੋ ਉਹਨਾਂ ਨੇ ਪੜ੍ਹਿਆ, ਐਂਡ ਦੇ ਆਰ ਹੈਪੀਲੀ ਵਰਕਿੰਗ ਇਨ ਦਾ ਸੇਮ এনवायरमेंट ਜਾਂ ਸੇਮ ਜਿਹੜਾ ਡਿਪਾਰਟਮੈਂਟ 'ਚ ਕੰਮ ਕਰਨਾ ਚਾਹੁੰਦੇ ਸੀ। ਆਮ ਯੂਨੀਵਰਸਿਟੀ ਦੀ 90% ਐਕੂਰੇਸੀ ਹੈ ਇਸ ਦੇ ਉੱਪਰ। ਸੋ ਤੁਸੀਂ ਜੋ ਪੜ੍ਹਾਈ ਪੜ੍ਹੀ, ਜੋ ਤੁਸੀਂ ਹਾਸਲ ਕਰਨਾ ਸੀ ਲਾਈਫ ਦੇ ਵਿੱਚ, ਤੁਸੀਂ ਐਗਜ਼ੈਕਟਲੀ ਉਸੇ ਪਾਸੇ ਨੂੰ ਜਾ ਰਹੇ ਹੋ। ਸੋ ਇਹ ਜਿਹੜੀ UK ਐਜੂਕੇਸ਼ਨ ਦੀ ਸਟੋਰੀ ਹੈ, UK ਬਹੁਤ ਫੋਕਸਡ ਐਜੂਕੇਸ਼ਨ ਹੈ। ਔਰ UK ਮੌਕਾ ਦਿੰਦਾ ਸਟੂਡੈਂਟਸ ਨੂੰ ਆਪਣੇ ਨਾਲ ਬੱਚੇ ਲੈ ਜਾਣ ਦਾ, ਸਪਾਊਸ ਨੂੰ ਲੈ ਕੇ ਜਾਣ ਦਾ। ਸੋ ਬਹੁਤ ਜ਼ਿਆਦਾ ਵਹਿਮ ਨਹੀਂ ਹੈਗੇ। ਇਸ ਟਾਈਮ ਕੋਈ ਇੰਟਰਵਿਊਜ਼ ਨਹੀਂ ਹੋ ਰਹੀਆਂ ਬੱਚਿਆਂ ਦੀਆਂ, ਜਿੱਦਾਂ US ਵਿੱਚ ਸਾਰਾ ਕੁਝ ਇੰਟਰਵਿਊ ਬੇਸਡ ਹੈ। ਸੋ UK ਵਿੱਚ ਇੰਟਰਵਿਊਜ਼ ਨਹੀਂ ਹੈਗੀਆਂ। ਸੋ ਅੱਜ ਦੇ ਸਿਨੈਰੀਓ ਵਿੱਚ ਅਗਰ ਵੇਖਿਆ ਜਾਵੇ ਤਾਂ UK ਇੱਕ ਐਸਾ ਐਜੂਕੇਸ਼ਨ ਡੈਸਟੀਨੇਸ਼ਨ ਹੈ ਕਿ ਅਗਰ ਤੁਹਾਡੇ ਮਾਰਕਸ ਚੰਗੇ ਹੈ, ਮਾਰਕਸ ਚੰਗੇ ਦਾ ਮਤਲਬ ਹੈ ਕਿ ਅਗਰ ਤੁਸੀਂ 70% ਅੰਗਰੇਜ਼ੀ ਦੇ ਨੰਬਰ ਲਏ ਆ ਤੇ ਨਾ ਤੈਨੂੰ ਇੱਥੇ ਆਈਲੈਟਸ ਦੀ ਲੋੜ ਹੈ, ਨਾ ਤੈਨੂੰ ਕਿਸੇ ਇੰਟਰਵਿਊ ਦੀ ਲੋੜ ਹੈ, ਤੁਸੀਂ UK ਦਾ ਵੀਜ਼ਾ ਘਰ ਬੈਠੇ ਲੈ ਸਕਦੇ ਹੋ। ਮਤਲਬ ਦੋਨੋਂ ਪੁਆਇੰਟ ਆਫ ਵਿਊ ਡਿਫਰੈਂਟ ਨੇ। ਅਮਰੀਕਾ ਦਾ ਡਿਫਰੈਂਟ ਆ, UK ਦਾ ਡਿਫਰੈਂਟ ਆ। ਬਿਕੋਜ਼ UK ਇਸ ਟਾਈਮ ਦੇ ਵਿੱਚ ਲਿਕੁਰੇਟਿਵ ਚੀਜ਼ਾਂ ਲੈ ਕੇ ਆਇਆ, ਬਿਕੋਜ਼ ਸਾਡੇ ਸਟੂਡੈਂਟਸ ਨੂੰ ਸਾਰੀ ਦੁਨੀਆ ਨੂੰ ਸਾਡੇ ਸਟੂਡੈਂਟ ਚਾਹੀਦੇ ਆ ਐਕਸੈਪਟ ਸਾਡੇ ਸਿਸਟਮ ਤੋਂ ਇਲਾਵਾ। ਸੋ ਸਾਡੀਆਂ ਸਰਕਾਰਾਂ ਤੋਂ ਇਲਾਵਾ ਹਰ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ ਸਾਡੇ ਸਟੂਡੈਂਟ ਚਾਹੀਦੇ ਆ। ਸੋ ਇਸੇ ਕਰਕੇ ਸਭ ਤੋਂ ਵੱਧ ਜਿਹੜਾ ਭਰੋਸਾ ਉਹ ਇਹਨਾਂ ਸਟੂਡੈਂਟਸ ਦੇ ਉੱਪਰ ਕਰ ਰਹੇ ਆ। ਬਿਲਕੁਲ ਸਹੀ ਗੱਲ। ਪਰ ਇਸੇ ਕਰਕੇ ਤੁਸੀਂ ਹਰ ਮੁਲਕ ਦੀ ਵੇਖੋ ਜਿਹੜੀ ਸਕੀਮ ਹੈ ਉਹ ਕਿਤੇ ਨਾ ਕਿਤੇ ਇਸੇ ਚੀਜ਼ ਦੀ ਹੈ ਕਿ ਸਟੂਡੈਂਟ ਆਵੇ ਨਾਲ ਪੈਸੇ ਲੈ ਕੇ ਆਵੇ ਔਰ ਆ ਕੇ ਇੱਥੋਂ ਦਾ ਹੀ ਹੋ ਜੇ। ਜਦੋਂ ਉਹ ਕਮਾਊ ਪੁੱਤਰ ਹੋ ਗਿਆ, ਜਦੋਂ ਉਹਦੀਆਂ ਜੌਬਸ ਲੱਗ ਗਈਆਂ, ਉਦੋਂ ਫਿਰ ਵਾਪਸ ਪਿੰਡ ਆਪਣੇ ਪੈਸੇ ਨਾ ਭੇਜੇ, ਫਿਰ ਇੱਥੇ ਗੱਡੀ ਲਵੇ, ਇੱਥੇ ਘਰ-ਬਾਰ ਲਵੇ, ਇੱਥੇ ਪਰਿਵਾਰ ਵਧਾਵੇ। ਔਰ ਇਹ ਅਸੀਂ ਅੱਜ ਕੱਲ੍ਹ ਵੇਖ ਰਹੇ ਹਾਂ। ਸੋ ਅਗਰ ਤੁਸੀਂ 10-15 ਸਾਲ ਪਹਿਲਾਂ ਵੇਖਦੇ ਸੀ ਤਾਂ ਸਾਡੇ ਜਿੰਨੇ ਵੀ ਇੱਥੋਂ ਐਪਲੀਕੈਂਟ ਜਾਂਦੇ ਸੀ ਉਹ ਕਿਸੇ ਬਾਹਰਲੇ ਮੁਲਕ ਦਾ ਰੁੱਖ ਕਰਦੇ ਸੀ ਤੇ ਉੱਥੋਂ ਵਾਪਸ 8-10 ਸਾਲ ਬਾਅਦ ਵਾਪਸ ਆ ਕੇ ਆਪਣਾ ਰੈਸਟ ਆਫ ਦਾ ਲਾਈਫ ਇੰਡੀਆ 'ਚ ਬਿਤਾਉਂਦੇ ਸੀ। ਬਟ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਸੋਸ਼ਲ ਇਨਸਿਕਿਉਰਿਟੀ ਇੰਨੀ ਕੁ ਵੱਧ ਗਈ, ਇੰਨੀ ਕੁ ਜ਼ਿਆਦਾ ਗਰੋ ਕਰ ਗਈ ਹੈ ਕਿ ਹੁਣ ਚਾਹੇ ਕਿਸੇ ਦਾ ਵੀ ਬੱਚਾ ਹੋਵੇ, ਚਾਹੇ ਬਿਊਰੋਕਰੇਟ ਦਾ ਹੈ, ਚਾਹੇ IPS ਦਾ, ਚਾਹੇ IAS ਦਾ, ਚਾਹੇ ਆਮ ਕਿਸਾਨ ਦਾ,
ਸੋ ਇਸ ਟਾਈਮ ਕੋਈ ਵੀ ਇੱਥੇ ਰਹਿ ਕੇ ਰਾਜੀ ਨਹੀਂ ਆ। ਸੋ ਇਹ ਸਮਾਂ ਤਾਂ ਜ਼ਰੂਰ ਬਦਲਿਆ ਸਮੇਂ। ਬਿਲਕੁਲ, ਸਾਰੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਦੇਖੋ ਕਿੰਨਾ ਟਾਈਮ ਚੇਂਜ ਹੋਇਆ, ਤੁਸੀਂ ਆਪਣੀ ਗੱਲ ਵਿੱਚ ਵੀ ਕਿਹਾ ਨਾ, ਟਾਈਮ ਹੈਜ਼ ਚੇਂਜਡ। ਦੇਖੋ ਕਿਸੇ ਵਕਤ ਅਸੀਂ ਅੰਗਰੇਜ਼ਾਂ ਦੇ ਅੰਡਰ ਸੀਗੇ, ਠੀਕ ਹੈ ਨਾ ਜੀ। ਅੱਜ ਅਸੀਂ ਆਜ਼ਾਦ ਹਾਂ ਔਰ ਸਾਡੇ ਸਟੂਡੈਂਟਸ ਉਹਨਾਂ ਨੂੰ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ 'ਚ ਪੋਟੈਂਸ਼ੀਅਲ ਕਿੰਨਾ ਕੁ ਹੈ ਔਰ ਅਸੀਂ ਜਾ ਕੇ ਉੱਥੇ ਇਕਨੋਮੀ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਪਾਉਂਦੇ ਹਾਂ, ਅਮਰੀਕਾ ਦੀ ਇਕਨੋਮੀ ਦੇ ਵਿੱਚ ਵੀ, ਯੂਕੇ ਦੀ ਇਕਨੋਮੀ ਦੇ ਵਿੱਚ ਵੀ, ਇੱਥੋਂ ਤੱਕ ਕਿ ਅਸੀਂ ਗਵਰਨਮੈਂਟਸ ਦੇ ਵਿੱਚ ਬਹਿ ਕੇ ਗਵਰਨਮੈਂਟਸ ਨੂੰ ਚਲਾਉਂਦੇ ਹਾਂ, ਅਸੀਂ ਐਡਮਿਨਿਸਟ੍ਰੇਸ਼ਨ ਨੂੰ ਚਲਾ ਰਹੇ ਹਾਂ। ਸੋ ਇਹ ਪੋਟੈਂਸ਼ੀਅਲ ਹੈ। ਸਾਡਾ ਡਾਟਾ ਬਹੁਤ ਸਾਰਾ ਇਨਕਰੀਜ਼ ਹੋਇਆ। ਅਗਰ ਅਸੀਂ ਲਾਈਕ 2012-13 ਦੀ ਗੱਲ ਕਰੀਏ ਤੇ ਸਿਰਫ 96,000 ਸਟੂਡੈਂਟ ਯੂਐਸ ਵਿੱਚ ਹੁੰਦਾ ਸੀ। ਓਕੇ। ਸੋ ਅਗਰ ਅਸੀਂ 18-19 ਦੀ ਗੱਲ ਕਰੀਏ ਤੇ ਇਹ 2 ਲੱਖ ਸਟੂਡੈਂਟ ਸੀ ਉੱਥੇ। ਸੋ ਮਤਲਬ ਕੁਝ ਸਾਲਾਂ ਵਿੱਚ ਵੀ ਅਸੀਂ ਡਬਲ ਗਰੋ ਕੀਤਾ ਆ। ਸੇਮ ਤਰੀਕੇ ਨਾਲ ਕੈਨੇਡਾ ਦੇ ਵਿੱਚ ਸਾਡੇ ਕੋਲ ਸਾਲ ਦਾ ਲੱਖ ਸਵਾ ਲੱਖ ਸਟੂਡੈਂਟ ਜਾਂਦਾ ਸੀ। ਲਾਸਟ ਈਅਰ 2.5 ਲੱਖ ਗਿਆ ਆ। ਸੋ ਇਸ ਸਾਲ ਫਿਰ ਤੁਸੀਂ 2.5 ਲੱਖ ਦੀ ਤਿਆਰੀ ਹੈ। ਸੋ ਕਿਸੇ ਜ਼ਮਾਨੇ ਦੇ ਵਿੱਚ ਅਗਰ ਤੁਸੀਂ 2003-4 ਦੀ ਗੱਲ ਕਰਦੇ, ਯੂਕੇ ਵਿੱਚ ਸਿਰਫ ਜਿਹੜਾ ਸਾਡਾ ਕੋਟਾ ਹੁੰਦਾ ਸੀ ਸਿਰਫ 4000 ਸਟੂਡੈਂਟ ਦਾ ਹੁੰਦਾ ਸੀ। ਓਕੇ। ਸਾਲ ਦਾ 4000 ਸਟੂਡੈਂਟ ਸਿਰਫ, ਹੁਣ ਉਹ ਵੀ ਲੱਖਾਂ ਤੱਕ ਪਹੁੰਚਣ ਨੂੰ ਫਿਰਦਾ ਆ। ਸੋ ਸਮਾਂ ਬਹੁਤ ਬਦਲਿਆ, ਸਮਾਂ ਚੇਂਜ ਹੋ ਗਿਆ। ਔਰ ਆਫਟਰ 19 ਵਾਇਰਸ ਕਿੰਨਾ ਚੇਂਜ ਆ ਗਿਆ ਹੈ? ਬਹੁਤ ਜ਼ਿਆਦਾ ਚੇਂਜ ਹੈ। ਬਿਕੋਜ਼ ਚਾਹੇ ਜਿੱਦਾਂ ਹੁਣ ਯੂਐਸ ਵੀ ਆ, ਤੁਸੀਂ ਵੇਖੋ B1 B2 ਹਾਲੇ ਅਲਾਉ ਨਹੀਂ ਕੀਤਾ, ਬਟ ਜਿਹੜੀ ਪ੍ਰੋਮਿਸਿੰਗ ਜਿਹੜੀ ਕੈਟਾਗਰੀ ਹੈ F1 ਦੀ, ਉਹਨੂੰ ਕਦੀ ਬੰਦ ਨਹੀਂ ਕੀਤਾ ਇਹਨਾਂ ਨੇ। ਓਕੇ। ਸੋ ਜਿੱਥੋਂ ਪੈਸਾ ਆਉਣਾ, ਜਿੱਥੋਂ ਸਟੂਡੈਂਟ ਆਉਣਾ, ਜਿੱਥੋਂ ਇਮੀਗ੍ਰੈਂਟ ਆਉਣਾ, ਜਿੱਥੋਂ ਸਕਿਲਡ ਮਾਈਗ੍ਰੈਂਟ ਆਣਾ ਆ, ਜਿੱਥੋਂ ਪੂਰੀ ਦੁਨੀਆ ਦਾ ਬ੍ਰੇਨ ਡਰੇਨ ਆਇਆ, ਉਹਦੀ ਬ੍ਰੇਕ ਨਹੀਂ ਹੈਗੀ। ਕਰੀਮ ਚਾਹੀਦੀ ਹੈ। ਯੈਸ, ਬਿਕੋਜ਼ ਯੂਐਸਏ 2 ਤਰੀਕੇ ਨਾਲ ਬ੍ਰੇਨ ਡਰੇਨ ਕਰਦਾ ਹੈ। ਪਹਿਲੀ ਕੈਟਾਗਰੀ H1 ਕਾਸਟਲੀ ਆ, ਬਿਕੋਜ਼ H1 ਦੇ ਵਿੱਚ ਤੁਸੀਂ ਅੱਜ ਹੀ ਐਪਲੀਕੈਂਟ ਨੂੰ ਬਹੁਤ ਲਾਈਕ ਲੋਕਲਸ ਨਾਲੋਂ ਕਿਤੇ ਜ਼ਿਆਦਾ ਵੱਧ ਪੈਸਾ ਦੇ ਕੇ ਉਹਨੂੰ ਨਵਾਜ਼ਦੇ ਹੋ। ਦੂਸਰੀ ਕੈਟਾਗਰੀ F1 ਦੀ ਹੈ, ਜਿਹਦੇ ਵਿੱਚ ਕਿ ਸਟੂਡੈਂਟ ਆਉਂਦਾ ਹੈ ਜਿਹੜਾ ਕਿ ਪੋਟੈਂਸ਼ੀਅਲ ਲਾਈਕ ਉਹ ਮਾਈਗ੍ਰੈਂਟ ਆ ਜਿਹੜਾ ਤੁਸੀਂ H1 ਦੇ ਉੱਪਰ ਇੰਪੋਰਟ ਕਰਨਾ ਸੀ। ਸੋ ਉਹ ਆਲਰੇਡੀ ਉਹਦਾ ਪ੍ਰੋਸਪੈਕਟਿਵ ਕੈਂਡੀਡੇਟ ਹੈ। ਓਕੇ। ਸੋ ਉੱਤੋਂ ਉਹ ਆਪਣੇ ਪੈਸੇ ਖਰਚ ਕੇ ਆਪਣੀ ਐਜੂਕੇਸ਼ਨ, ਆਪਣੀ ਲਿਆਕਤ, ਆਪਣੀ ਕੈਪੈਸਿਟੀ, ਆਪਣੀ ਕੈਪੇਬਿਲਿਟੀ ਖੁਦ ਗਰੋ ਕਰ ਰਿਹਾ ਹੈ। ਸੋ ਬਾਏ ਦਾ ਟਾਈਮ ਉਹ ਉਸ ਲੈਵਲ ਤੱਕ ਜਾਏਗਾ, ਉਹ ਅਗੇਨ ਉੱਥੇ ਦਾ ਉੱਥੇ ਹੀ ਹੈ। ਯੈਸ। ਸੋ ਇਸ ਕਰਕੇ ਬ੍ਰੇਨ ਡਰੇਨ ਇਹ 2 ਕੈਟਾਗਰੀਜ਼ ਤੋਂ ਹੈ ਔਰ ਯੂਐਸ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਬਹੁਤ ਕਲੀਅਰਲੀ ਫੋਕਸ ਕੀਤਾ ਹੋਇਆ। ਸੋ ਆਪਾਂ ਆਉਂਦੇ ਹਾਂ ਕਿਉਂਕਿ ਤੁਸੀਂ ਆਪਣੀ ਗੱਲਬਾਤ 'ਚ ਇੱਕ ਚੀਜ਼ ਇਸਤੇਮਾਲ ਕੀਤੀ ਕਿ ਯੂਕੇ ਨੂੰ ਵੀ ਚਾਹੀਦੇ ਨੇ, ਅਮਰੀਕਾ ਨੂੰ ਵੀ ਚਾਹੀਦੇ ਨੇ ਸਾਡੇ ਸਟੂਡੈਂਟਸ, ਕਿਉਂਕਿ ਉਹ ਕੈਪੇਬਲ ਨੇ, ਪਰ ਸਾਡੇ ਸਿਸਟਮ ਨੂੰ ਨਹੀਂ ਚਾਹੀਦੇ, ਇਸ ਕਰਕੇ ਉਹ ਬਾਹਰ ਜਾ ਰਹੇ ਨੇ। ਸੋ ਹੁਣ ਤੇ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਅਸੀਂ ਬਾਹਰ ਨਹੀਂ ਜਾਣ ਦੇਣਾ ਔਰ ਸਭ ਚੇਂਜ ਕਰ ਦੇਣਾ, ਸਾਰੇ ਸਟੂਡੈਂਟਸ ਇੱਥੇ ਹੋਣਗੇ, ਸਾਰੇ ਵਰਕਰਸ ਇੱਥੇ ਹੋਣਗੇ, ਬਾਹਰੋਂ ਵੀ ਸੱਦ ਲੈਣੇ ਨੇ, ਜਿਹੜੇ ਬਾਹਰ ਗਏ ਹੋਏ ਨੇ ਉਹ ਵੀ ਇੰਡੀਆ 'ਚ ਆ ਕੇ, ਭਾਰਤ ਦੇ 'ਚ ਆ ਕੇ ਔਰ ਪੰਜਾਬ 'ਚ ਆ ਕੇ ਦੁਬਾਰਾ ਕੰਮ ਕਰਨਗੇ। ਇੱਥੋਂ ਤੱਕ ਕਿ ਗੋਰੇ ਵੀ ਆਉਣਗੇ, ਸਾਡੇ ਕੋਲੋਂ ਜੌਬ ਮੰਗਣਗੇ। ਸੋ ਇਹ ਸਭ ਕਿੱਦਾਂ ਹੈਂਡਲ ਹੋਏਗਾ? ਡੂ ਯੂ ਥਿੰਕ ਇਟਸ ਬਿਲੀਵੇਬਲ ਔਰ ਐਵੇਂ ਇੱਕ ਖੁਆਬ ਹੈ? ਸਰ ਫਿਲਹਾਲ ਇਹ ਖੁਆਬ ਨੇ, ਬਿਕੋਜ਼ ਤੁਸੀਂ ਵੇਖੋ CM ਸਾਹਿਬ ਦੇ ਖੁਦ ਦੇ ਬੱਚੇ ਬਾਹਰ ਪੜ੍ਹ ਕੇ ਆਏ ਆ। ਮਤਲਬ ਇਹ ਉਹ ਲੋਕ ਨੇ ਜਿਹੜੇ ਹਸਤੀਆਂ ਨੇ ਔਰ ਸਾਡੇ ਪ੍ਰੀਵੀਅਸ CM ਬਾਹਰੋਂ ਪੜ੍ਹ ਕੇ ਆਏ ਆ। ਸਾਡੇ ਬਹੁਤ ਸਾਰੇ ਪੋਲੀਟੀਸ਼ੀਅਨਸ ਦੇ ਬੱਚੇ ਬਾਹਰੋਂ ਪੜ੍ਹ ਕੇ ਆਉਂਦੇ ਰਹੇ। ਸੋ ਇੱਕ ਸਮਾਂ ਸੀ ਕਿ ਜਿਹੜੀ ਸਾਡੀ ਲਾਈਕ ਮਿਡਲ ਕਲਾਸ ਹੈ, ਇਹਦੇ ਬੱਚੇ ਬਾਹਰ ਕਰੀਅਰਸ ਲਈ ਜਾਂਦੇ ਸੀ। ਬਹੁਤ ਸਾਰੇ ਜ਼ਿਮੀਂਦਾਰਾਂ ਦੇ ਬੱਚੇ ਬਾਹਰ ਕਰੀਅਰਸ ਲਈ ਜਾਂਦੇ ਸੀ ਕਿ ਚਲੋ ਜਾ ਕੇ 10 ਸਾਲ ਕੰਮ ਕਰਾਂਗੇ ਤੇ ਘਰ ਦੀ ਹਾਲਤ ਬਦਲੀਏ। ਔਰ ਅੱਜ ਦੇ ਸਮੇਂ ਵਿੱਚ ਤੁਸੀਂ ਚਾਹੇ DC ਦਾ ਬੇਟਾ ਲੈ ਲਓ, ਚਾਹੇ ਤੁਸੀਂ SSP ਸਾਹਿਬ ਦਾ ਲੈ ਲਓ, ਚਾਹੇ ਤੁਸੀਂ ਕਿਸੇ IPS IAS ਦਾ ਬੱਚਾ ਲੈ ਲਓ, ਸਭ ਦੇ ਮਨ ਦੇ ਵਿੱਚ ਇੱਕੋ ਫੀਲਿੰਗ ਆ ਕਿ ਯਾਰ ਅਸੀਂ ਤਾਂ ਔਖੇ ਸੌਖੇ ਕੱਟ ਲਾਂਗੇ ਪੁੱਤਰੋ, ਤੁਹਾਡੇ ਕੋਲ ਨਹੀਂ ਕੱਟੀ ਜਾਣੀ। ਸੋ ਇਹਦੇ 2 ਰੂਪ ਨੇ ਅਸਲ 'ਚ। ਅਸੀਂ ਇੱਕ ਵਰਡ ਆ ਜਿਹੜਾ ਅਸੀਂ ਇੰਡੀਆ 'ਚ ਕਦੀ ਸੁਣਿਆ ਨਹੀਂ ਹੈ, ਉਹਨੂੰ ਅਸੀਂ ਬੋਲਦੇ ਹਾਂ ਸੋਸ਼ਲ ਸਿਕਿਉਰਿਟੀ। ਯੈਸ। ਸਾਨੂੰ ਹਾਰਡਲੀ ਇਸ ਅੱਖਰ ਦਾ ਮਤਲਬ ਪਤਾ ਆ। ਸੋਸ਼ਲ ਸਿਕਿਉਰਿਟੀ ਦਾ ਮਤਲਬ ਲਾਈਕ ਸੈਂਸ ਆਫ ਬਿਲੋਂਗਿੰਗਨੈਸ ਆ ਬੇਸਿਕਲੀ। ਸੋ ਇੱਥੇ ਇੱਕ ਬਜ਼ੁਰਗ ਡੈਥ ਬੈੱਡ ਦੇ ਉੱਪਰ ਵੀ ਪਿਆ, ਆਪਣੀ ਜ਼ਮੀਨ ਜਾਇਦਾਦ ਗਾਂ ਬੱਚਿਆਂ ਦੇ ਨਾਮ ਤੇ ਨਹੀਂ ਕਰਦਾ, ਬਿਕੋਜ਼ ਸੈਂਸ ਆਫ ਇਨਸਿਕਿਉਰਿਟੀ ਆ ਕਿ ਮੈਂ ਅੱਜ ਜ਼ਮੀਨ ਟ੍ਰਾਂਸਫਰ ਕੀਤੀ, ਕੱਲ ਨੂੰ ਮੇਰਾ ਕੀ ਬਣਨਾ ਕਿਸੇ ਨੂੰ ਨਹੀਂ ਪਤਾ। ਸ਼ੋਰਟੀ ਨਹੀਂ ਆ, ਰਾਈਟ। ਔਰ ਅਸੀਂ ਵੈਸਟਰਨ ਵਰਲਡ ਦੇ ਵਿੱਚ ਵੇਖਦੇ ਹਾਂ ਬੱਚੇ ਤੇ ਬਜ਼ੁਰਗ ਤਕਰੀਬਨ ਗਵਰਨਮੈਂਟ ਓਨ ਕਰਦੀ ਹੈ, ਗਵਰਨਮੈਂਟ ਸਭ ਨੂੰ ਖਿਆਲ ਰੱਖਦੀ ਹੈ। ਔਰ ਜਿਹੜੀ ਅਸੀਂ ਜਿਹਦੇ ਉੱਪਰ ਚੀਕਾਂ ਮਾਰਦੇ ਹਾਂ, ਸਭ ਤੋਂ ਟੈਕਸ ਪੇਇੰਗ ਦੇ ਉੱਪਰ ਚੀਕਾਂ ਮਾਰਦੇ ਹਾਂ, ਔਰ ਸਾਡੇ ਤੋਂ ਵੱਧ ਟੈਕਸਸ ਪੇ ਕਰਦੇ ਨੇ ਜਿਹੜੀ ਵਰਕਿੰਗ ਕਲਾਸ ਹੈ। ਪਰ ਉਹਨਾਂ ਨੂੰ ਚੁੱਭਦਾ ਨਹੀਂ, ਸਾਨੂੰ ਚੁੱਭਦਾ ਆ। ਕਾਰਨ ਕੀ ਹੈ? ਅਗਰ ਤੁਸੀਂ ਸਾਰੀ ਉਮਰ ਕੰਮ ਕੀਤਾ ਹੈ, ਤੁਸੀਂ ਚਾਹੇ ਜਿੰਨੇ ਮਰਜ਼ੀ ਪੈਸੇ ਕਟਾਓ, ਟੈਕਸਸ ਪੇ ਕਰੋ, ਜਿੱਦਾਂ ਤੁਹਾਨੂੰ ਪਤਾ ਕਿ ਮੇਰਾ ਬੁਢਾਪਾ ਇਹਨਾਂ ਨੇ ਸੰਭਾਲ ਲੈਣਾ ਹੈ, ਤੁਹਾਨੂੰ ਉਹ ਇਨਸਿਕਿਉਰਿਟੀ ਨਹੀਂ ਰਹੇਗੀ, ਟੈਨਸ਼ਨ ਨਹੀਂ ਆ। ਜਿੱਦਾਂ ਤੁਹਾਨੂੰ ਪਤਾ ਕਿ ਮੇਰੇ ਬੱਚੇ ਹੋਏ, ਮੇਰੇ ਬੱਚਿਆਂ ਨੂੰ ਗਵਰਨਮੈਂਟ ਨੇ ਸੰਭਾਲਣਾ ਆ, ਤੁਸੀਂ ਫਿਕਰਮੰਦ ਨਹੀਂ ਹੋ ਸਕਦੇ ਕਦੀ ਵੀ। ਔਰ ਸਾਡੇ ਇਸ ਸਮਾਜ ਦੇ ਵਿੱਚ ਜਦੋਂ ਤੱਕ ਤੁਹਾਨੂੰ ਇਹ ਪਤਾ ਹੈ ਵੀ ਜੇ ਮੈਂ ਪੈਸਾ ਕਮਾਇਆ ਸਰਕਾਰ ਨੇ ਲੈ ਜਾਣਾ, ਜੇ ਮੈਂ ਭੁੱਖਾ ਮਰਿਆ ਤਾਂ ਉਹ ਮੇਰੀ ਖੁਦ ਦੀ ਕਿਸਮਤ ਆ,
ਯੈਸ ਕੋਈ ਮੇਰੇ ਇਹ ਵਾਸਤੇ ਸੋਸ਼ਲ ਸਿਕਿਉਰਿਟੀ ਜਦ ਤੱਕ ਅਸੀਂ ਪੂਰੇ ਸਮਾਜ ਵਿੱਚ ਨਹੀਂ ਪ੍ਰਦਾਨ ਕਰਦੇ ਹਾਂਜੀ ਹਾਂਜੀ ਤਦ ਤੱਕ ਤੁਸੀਂ ਇਹ ਚੁਟਕੀਆਂ ਨਾਲ, ਗੱਲਾਂ ਬਾਤਾਂ ਨਾਲ, ਹਾਸੇ ਖੇਡੇ ਨਾਲ ਸਮਾਂ ਨਹੀਂ ਬਦਲ ਸਕਦੇ। ਸੋ ਬਿਕੋਜ਼ ਬੱਚਿਆਂ ਨੂੰ ਚਾਹੀਦਾ ਕੀ ਹੈ, ਜਿਹੜੀ ਸਾਡੀ ਵਰਕਿੰਗ ਕਲਾਸ ਆ, ਦੇਖੋ ਤਿੰਨ ਹਿੱਸੇ ਨੇ। ਇੱਕ ਹੈਗੇ ਬੱਚੇ ਜਿਹੜੇ ਕਿ ਟੋਟਲੀ ਡਿਪੈਂਡੈਂਟ ਨੇ ਪੇਰੈਂਟਸ ਤੇ, ਉਹ ਕੁਝ ਨਹੀਂ ਕਰ ਸਕਦੇ। ਬਜ਼ੁਰਗ ਆ, ਉਹ ਆਬਵੀਅਸਲੀ ਪੂਰੀ ਉਮਰ ਕੱਟ ਲਈ, ਇਸ ਸਮਾਜ ਤੋਂ ਲਾਂਭੇ ਨਹੀਂ ਜਾ ਸਕਦੇ। ਬਟ ਜਿਹੜਾ ਸਾਡਾ ਸਟੂਡੈਂਟ ਅੱਜ ਦਾ, ਉਹ ਯੂਥ ਹੈ, ਉਹ એનર્ਜੈਟਿਕ ਹੈ, ਉਹਨੂੰ ਆਪਣਾ ਫਿਊਚਰ ਦਾ, ਕਰੀਅਰ ਦਾ ਫਿਕਰ ਹੈ। ਸੋ ਇਸੇ ਕਰਕੇ ਉਹ ਸਾਰਾ ਦਰੋਮਦਾਰ ਸਭ ਦਾ ਜ਼ੋਰ ਇੱਕੋ ਕੰਮ ਦੇ ਉੱਪਰ ਹੀ ਲੱਗਾ ਕਿ ਜਾ ਕੇ ਸੈਟਲਮੈਂਟ ਵੀ ਅਸੀਂ ਇਥੋਂ ਪੜ੍ਹਾਈ ਲਈ ਭੇਜਦੇ ਹਾਂ, ਬਟ ਬੱਚਿਆਂ ਲਈ ਰੁਜ਼ਗਾਰ ਹੈ। ਯੈਸ ਬੱਚੇ ਪੜ੍ਹਨ ਦੀ ਜਗ੍ਹਾ ਤੇ ਰੁਜ਼ਗਾਰ ਲਈ ਜਾਂਦੇ ਨੇ। ਤੁਸੀਂ ਜਿੱਥੋਂ ਦੇ ਮੁਲਕ ਦੀ ਜਿੰਨੀ ਐਜੂਕੇਸ਼ਨ ਮਿਨੀਮਮ ਰਿਕੁਆਇਰਡ ਆ, ਬੱਚੇ ਉਨੀ ਉਹ ਕਰਦੇ ਆ। ਯੈਸ ਕੈਨੇਡਾ ਦੇ ਵਿੱਚ 2 ਸਾਲ ਦੀ ਪੜ੍ਹਾਈ ਜ਼ਰੂਰੀ ਹੈ, 3 ਸਾਲ ਦੇ ਵਰਕ ਪਰਮਿਟ ਲਈ ਬੱਚੇ ਡਿਗਰੀਜ਼ ਨਹੀਂ ਕਰਦੇ, 2 ਸਾਲ ਦਾ ਡਿਪਲੋਮਾ ਹੀ ਕਰਦੇ ਆ। ਹਾਂ ਹਾਂ ਸੋ ਜਿੱਦਾਂ ਦਾ ਜਿਹੜਾ ਮਾਹੌਲ ਦੇ ਵਿੱਚ ਤੈਨੂੰ ਰਿਕੁਆਇਰਮੈਂਟ ਆ ਐਜੂਕੇਸ਼ਨ ਦੀ, ਸਿਰਫ ਉਹ ਚੀਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ, ਬਿਕੋਜ਼ ਅਲਟੀਮੇਟਲੀ ਜਿਹੜਾ ਜਿਹਨੂੰ ਅਸੀਂ ਸਭ ਤੋਂ ਵੱਡੀ ਅਵਸਥਾ ਬੋਲਦੇ ਹਾਂ, ਯਾ ਅਵਸਥਾ ਹੈਗੀ ਆ ਫਾਈਨੈਂਸ਼ੀਅਲ ਇੰਡੀਪੈਂਡੈਂਸ। ਦੈਨ ਕਿ ਤੁਹਾਡੀ ਜੇਬ ਦੇ ਵਿੱਚ ਤੁਹਾਡੇ ਮਾਨ ਸਨਮਾਨ ਦੇ ਨਾਲ ਕਮਾਇਆ ਹੋਇਆ ਜਦ ਤੱਕ ਰੁਪਈਆ ਪੈਂਦਾ ਆ, ਉਹ ਸੈਟੀਸਫਾਈਂਗ ਤੁਹਾਡੀ ਤਸੱਲੀ ਵਾਲੀ ਗੱਲ ਉਹ ਆ। ਸੋ ਅਸੀਂ ਸਮਾਜ ਦੇ ਵਿੱਚ ਚਾਹੇ ਅਸੀਂ ਜਿੱਦਾਂ ਦੀ ਮਰਜ਼ੀ ਕਾਰੋਬਾਰ ਕਰਦੇ ਹਾਂ, ਅਸੀਂ ਬੱਚਿਆਂ ਨੂੰ ਉਹ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਪ੍ਰੋਵਾਈਡ ਕਰ ਰਹੇ। ਚਾਹੇ ਕੋਈ ਪਰਿਵਾਰ ਦੇ ਕੰਮਾਂ ਕਾਰਾਂ 'ਚ ਲੱਗਿਆ, ਉਹ ਸੈਲਰੀਜ਼ ਦੇ ਉੱਪਰ ਨਹੀਂ ਹੈਗਾ। ਸੋ ਪੇਰੈਂਟਸ ਕਾਰੋਬਾਰ ਕਰਦੇ ਨੇ, ਪਰ ਬੱਚਿਆਂ ਨੂੰ ਹਾਲੇ ਵੀ ਫਾਈਨੈਂਸ਼ੀਅਲ ਐਕਸੈਸ ਨਹੀਂ ਹੈਗਾ। ਸੋ ਸਾਨੂੰ ਖੁਦ ਨੂੰ ਗਰੋ ਅਪ ਕਰਨਾ ਪੈਣਾ, ਸਾਨੂੰ ਪੂਰੇ ਸਮਾਜ ਨੂੰ ਗਰੋ ਅਪ ਕਰਨਾ ਪੈਣਾ। ਸਾਨੂੰ ਸਭ ਨੂੰ ਗ੍ਰੈਜੂਏਟ ਹੋਣ ਦੀ ਲੋੜ ਹੈ, ਸਾਨੂੰ ਸਭ ਨੂੰ ਵਧਣ ਦੀ ਲੋੜ ਆ, ਸਾਨੂੰ ਸਭ ਨੂੰ ਇੱਕ ਨਵੀਂ ਅਵਸਥਾ ਤੱਕ ਪਹੁੰਚਣ ਦੀ ਲੋੜ ਹੈ। ਇਹ ਜਿਹਨੂੰ ਅਸੀਂ ਚੁਟਕੀਆਂ ਨਾਲ ਕਹਿੰਦੇ ਮਸਲਾ ਹੱਲ ਹੋ ਜਾਏਗਾ, ਇਸ ਤਰੀਕੇ ਨਾਲ ਨਹੀਂ ਹੱਲ ਹੋਣ ਵਾਲਾ। ਬਿਕੋਜ਼ ਇਹਦੇ ਸਿਰਫ ਕਹਿਣ ਦੇ ਨਾਲ ਨਹੀਂ ਹੈ, ਇਹ ਮਾਹੌਲ ਬਣਾਉਣਾ, ਮਾਹੌਲ ਦੇਣਾ। ਅਗਰ ਇਹ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਕਿ ਅੱਜ ਬੱਚਾ ਰਹਿ ਕੇ ਰਾਜੀ ਨਹੀਂ ਹੈਗਾ ਕੋਈ, ਇਹ ਸਭ ਰਾਤੋਂ ਰਾਤ ਨਹੀਂ ਹੋਇਆ, ਕਈ ਸਾਲ ਲੱਗ ਗਏ। ਇਹ ਅਸੀਂ ਵੇਖਿਆ ਕਿ ਤੁਸੀਂ ਜਿੱਡੀ ਮਰਜ਼ੀ ਐਜੂਕੇਸ਼ਨ ਲੈ ਲਓ, ਸੋ ਤੁਸੀਂ ਜਿੰਨੀ ਮਰਜ਼ੀ ਪੜ੍ਹਾਈ ਪੜ੍ਹ ਲਓ, ਸੋ ਤੁਸੀਂ ਉਹਨੂੰ ਸਿਸਟਮ ਸਪੋਰਟ ਹੀ ਨਹੀਂ ਕਰਦਾ। ਔਰ ਐਜ਼ ਅ ਸੁਸਾਇਟੀ ਅਸੀਂ ਇੱਕ ਡਾਕਟਰ ਦੇ ਕਰੀਅਰ ਦੇ ਉੱਪਰ 10 ਕਰੋੜ ਰੁਪਈਆ ਲੱਗਦਾ ਆ, ਉਹ ਉਦੋਂ ਤੱਕ ਕਿ ਆਪਣੀ ਕੁਰਸੀ ਤੇ ਬਹਿ ਕੇ ਪਰਚੀ ਕੱਟਣ ਵਾਲਾ ਹੋਵੇ, ਉਹਨੂੰ 10 ਕਰੋੜ ਰੁਪਈਆ ਚਾਹੀਦਾ ਆ ਬਿਲਕੁਲ ਸਹੀ ਉਸ ਜਗ੍ਹਾ ਤੱਕ ਪਹੁੰਚਣ ਲਈ। ਔਰ ਸਾਨੂੰ ਸਭ ਨੂੰ ਸਮਾਜ 'ਚ ਕੀ ਚੁੱਭਦਾ ਆ, ਇਹਦੀ 100 ਰੁਪਏ ਦੀ ਪਰਚੀ। ਓ ਗॉड, ਕਿ ਅਸੀਂ ਕਦੀ ਉਹਨੂੰ ਉਸ ਅਵਸਥਾ ਤੱਕ ਲੈ ਕੇ ਗਏ ਕਿ ਉਹ ਪੈਸਾ ਖਰਚੇ ਬਿਨਾਂ ਉਸ ਜਗ੍ਹਾ ਤੇ ਪਹੁੰਚ ਸਕੇ। ਯੈਸ ਯਾ ਤੁਸੀਂ ਸਰਕਾਰੀ ਨੌਕਰੀ ਆ, ਪਹਿਲਾਂ ਗੱਲ ਤਾਂ ਹੈ ਨਹੀਂ, ਜੇ ਡਾਕਟਰ ਨੂੰ ਹੈਗੀ ਵੀ ਤੁਸੀਂ ਤਨਖਾਹ ਕਿੰਨੀ ਆ? ਨਹੀਂ ਬਿਲਕੁਲ ਠੀਕ ਕਹਿ ਰਹੇ ਹੋ। ਇੱਥੇ ਆ ਕੇ ਇੱਕ ਕੁਐਸਚਨ ਹੁੰਦਾ ਕਿ ਜਿਹੜੇ ਅਸੀਂ ਸ਼ੁਰੂ ਤੋਂ ਗੱਲ ਕਰਦੇ ਹਾਂ ਕਿ ਸਾਡੇ ਭਾਰਤ ਦੇ, ਪੰਜਾਬ ਦੇ ਸੰਸਕਾਰ ਆਫ ਕੋਰਸ ਸਾਡੇ 'ਚ ਹੈਗੇ ਨੇ ਔਰ ਬਹੁਤ ਲੋਕ ਉਸ ਨੂੰ ਐਕਸਰਸਾਈਜ਼ ਵੀ ਕਰਦੇ ਨੇ, ਪਰ ਜਿਹੜੀ ਆਹ ਗੱਲ ਹੈ ਨਾ ਕਿ ਬਜ਼ੁਰਗ ਨੂੰ ਸ਼ਿਓਰਿਟੀ ਨਹੀਂ, ਬਜ਼ੁਰਗ ਨੂੰ ਸਿਕਿਉਰਿਟੀ ਨਹੀਂ, ਉਹਨੂੰ ਵਿਸ਼ਵਾਸ ਨਹੀਂ ਕਿ ਜੇ ਮੈਂ ਅੱਜ ਪ੍ਰਾਪਰਟੀ ਟ੍ਰਾਂਸਫਰ ਕਰ ਦਿੱਤੀ ਤੇ ਕੱਲ ਨੂੰ ਇਹਨਾਂ ਨੇ ਮੈਨੂੰ ਪੁੱਛਣਾ ਕਿ ਨਹੀਂ ਪੁੱਛਣਾ। ਜੀ ਬਿਲਕੁਲ ਠੀਕ ਗੱਲ ਕਹਿ ਰਹੇ ਹੋ। ਔਰ ਇਸੇ ਤਰ੍ਹਾਂ ਦੀ ਵੀ ਇਨਸਿਕਿਉਰਿਟੀ, ਸੋਸ਼ਲ ਇਨਸਿਕਿਉਰਿਟੀ ਤਾਂ ਹੈ ਹੀ ਆ, ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਇਨਸਿਕਿਉਰਿਟੀ ਹੈ। ਇਸ ਕਰਕੇ ਜਿਹੜੇ NRIs ਨੇ ਉਹ 100 ਵਾਰੀ ਕੀ ਲੱਖ ਵਾਰ ਸੋਚਦੇ ਨੇ ਕਿ ਅਸੀਂ ਇਨਵੈਸਟਮੈਂਟ ਕਰੀਏ ਕਿ ਨਾ ਕਰੀਏ ਪੰਜਾਬ ਦੇ। ਜੀ ਇੱਕ ਪੁੱਠਾ ਚੱਲਣ ਹੋਇਆ ਆ ਜਿਹੜਾ ਸਮਰ ਟਾਈਮ ਆ, ਸਮਰ ਟਾਈਮ ਦੇ ਵਿੱਚ ਹਮੇਸ਼ਾ ਸਾਡੀਆਂ ਕਾਰਾਂ ਮਹਿੰਗੀਆਂ ਸੀ, ਹਮੇਸ਼ਾ ਜਿਹੜੀਆਂ ਸੈਕੰਡ ਹੈਂਡ ਕਾਰਾਂ ਦਾ ਬਿਜ਼ਨਸ ਸਭ ਤੋਂ ਵੱਧ ਹੁੰਦਾ ਸੀ, ਸਭ ਤੋਂ ਵੱਧ ਪ੍ਰਾਪਰਟੀਜ਼ ਦੀ ਸੇਲ ਹੁੰਦੀ ਸੀ। ਕਾਰਨ ਕੀ ਸੀ ਕਿ ਤਕਰੀਬਨ ਇਸ ਸਮੇਂ 'ਚ ਬਾਹਰੋਂ ਸਾਰੇ NRIs ਆਉਂਦੇ ਸੀ ਔਰ ਆਸੇ-ਪਾਸੇ ਜੋ ਲੱਗਦਾ, ਜੋ ਵਿਕਣ ਵਾਲਾ, ਇਹਦੇ ਰਾਤੋਂ ਰਾਤ ਪ੍ਰਾਈਸਿਸ ਵੱਧ ਜਾਂਦੇ ਹੁੰਦੇ ਸੀ। ਪਰ ਅਸੀਂ ਮਾਹੌਲ ਇਦਾਂ ਦਾ ਕਰਤਾ ਕਿ ਇਸ ਟਾਈਮ ਪਹਿਲੀ ਗੱਲ ਤਾਂ ਕੋਈ ਆ ਕੇ ਰਾਜੀ ਨਹੀਂ ਹੈ। ਜੇ ਕੋਈ ਆਇਆ ਉਹ ਸਿਰਫ ਇੱਕੋ ਕੰਮ ਲਈ ਆਇਆ, ਪ੍ਰਾਪਰਟੀ ਸੈੱਲ ਕਰਨ ਲਈ। ਸੋ ਅਸੀਂ ਬਾਹਰ ਬੈਠਿਆਂ ਨੂੰ ਇਨਸਿਕਿਉਰ ਕਰਤਾ ਆ। ਇੱਥੋਂ ਵਾਲੇ ਦੀ ਗੱਲ ਛੱਡੋ, ਅਸੀਂ ਮਾਹੌਲ ਇਦਾਂ ਦਾ ਬਣਾਤਾ ਕਿ ਉਹਨਾਂ ਨੂੰ ਇਹ ਫਿਕਰ ਹੋਣ ਲੱਗ ਪਿਆ ਕਿ ਮੇਰਾ ਪਤਾ ਨਹੀਂ ਇੱਥੋਂ ਸਭ ਕੁਝ ਗਵਾਚ ਹੀ ਜਾਣਾ ਆ। ਅੱਗੇ ਬਾਹਰਲੇ ਕੰਮ ਬਾਹਰ ਕਰਦੇ ਸੀ, ਬਟ ਸੈਂਸ ਆਫ ਬਿਲੋਂਗਿੰਗਨੈਸ ਆਪਣੀ ਪੁਰਾਣੀ ਜੱਦੀਆਂ ਜ਼ਮੀਨਾਂ ਨਾਲ, ਆਪਣੇ ਪਰਿਵਾਰਾਂ ਨਾਲ, ਸਭ ਨਾਲ ਇੱਥੇ ਰੱਖਦੇ ਸੀ। ਹੁਣ ਦੇ ਮੇਕ ਸ਼ੋਰ ਕਿ ਇੱਥੋਂ ਕੋਈ ਬੰਦਾ ਰਹਿ ਹੀ ਨਾ ਜਾਵੇ। ਪ੍ਰਾਪਰਟੀਜ਼ ਤੇ ਗੱਲਾਂ ਹੀ ਦੂਰੀਆਂ ਰਹਿ ਗਈਆਂ, ਕਿਉਂਕਿ ਉਹਨਾਂ ਨੂੰ ਡਰ ਰਹਿੰਦਾ ਕਿ ਮੇਰੀ ਪ੍ਰਾਪਰਟੀ ਦੇ ਉੱਤੇ ਕਿਸੇ ਦਾ ਕਬਜ਼ਾ ਨਾ ਹੋ ਜਾਵੇ, ਕੋਈ ਪ੍ਰਾਪਰਟੀ ਦੇ ਨਾਲ ਝਗੜਾ ਨਾ ਹੋ ਜਾਵੇ। ਬਿਲਕੁਲ, ਬਿਕੋਜ਼ ਤੁਸੀਂ ਪੈਰਵੀ ਕਰਨ ਲਈ ਬਾਹਰੋਂ ਆ ਨਹੀਂ ਸਕਦੇ, ਕੋਈ ਝੂਠੇ ਕੇਸ ਨਾ ਹੋ ਜਾਣ, ਕਿਉਂਕਿ ਇਹ ਵੀ ਬਹੁਤ ਮਸਲਾ ਹੈ। ਔਰ ਖੈਰ ਕਾਨੂੰਨ ਹੋਰ ਸਟਰੋਂਗ ਹੋ ਰਹੇ ਨੇ, ਦੇਖੋ ਕੀ ਬਣਦਾ ਹੈ, ਕਿਉਂਕਿ ਸਨ 2010 ਤੋਂ ਬਾਅਦ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰਿਵਾਈਜ਼ ਕੀਤਾ ਜਾ ਰਿਹਾ, ਦੇਖੋ ਕੀ ਬਣਦਾ ਹੈ। ਸੋ ਮਾਨ ਸਾਹਿਬ ਦੀ ਗੱਲ ਠੀਕ ਹੈ ਸਿਰ ਮੱਥੇ, ਕਿਉਂਕਿ CM ਸਾਹਿਬ ਨੇ ਸਾਡੇ, ਹੋਪਫੁਲੀ ਇੱਦਾਂ ਹੋ ਜਾਏ ਤਾਂ ਬਹੁਤ ਹੀ ਵਧੀਆ। ਪਰ ਗੱਲ ਇੱਕ ਹੈ ਕਿ ਕੋਈ ਪਲੈਨਿੰਗ ਨਹੀਂ, ਕੋਈ ਸਟ੍ਰੈਟਜੀ ਨਹੀਂ, ਕੋਈ ਪਾਲਿਸੀ ਨਹੀਂ, ਸਿਰਫ ਨਾਰਿਆਂ ਦੇ ਨਾਲ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕੰਮ ਨਹੀਂ ਚੱਲਣਾ।
ਕੰਮ ਕਰਕੇ ਦਿਖਾਉਣਾ ਪੈਣਾ ਹੈ। ਉਹ ਸਾਰੀ ਸਟ੍ਰੈਟਜੀ, ਉਹ ਸਾਰੀ ਪਲੈਨਿੰਗ ਚਾਹੀਦੀ ਹੈ, ਕਿਉਂਕਿ ਪਲੈਨਿੰਗ ਕਮਿਸ਼ਨ ਕਾਹਦੇ ਵਾਸਤੇ ਬੈਠਾ ਹੈ, ਇੰਟੈਲੀਜੈਂਸੀਆ ਕਾਹਦੇ ਵਾਸਤੇ ਬੈਠਾ ਹੈ। ਉਹਨਾਂ ਨਾਲ ਸਲਾਹ ਮਸ਼ਵਰਾ ਕਰੋ, ਕੋਈ ਕਮੇਟੀ ਬਣਾਓ, ਕੋਈ ਗਰੁੱਪ ਬਣਾਓ ਜੋ ਮਿਲ ਕੇ ਡਿਸੀਜਨਸ ਲੈਣ। ਨਹੀਂ, ਸਾਡੀਆਂ ਸਭ ਦੀਆਂ ਉਮੀਦਾਂ ਬਹੁਤ ਨੇ, ਨਵੀਂ ਗਵਰਨਮੈਂਟ ਤੋਂ ਸਭ ਦੀਆਂ ਉਮੀਦਾਂ ਨੇ, ਐਨਆਰਆਈਜ਼ ਬਹੁਤ ਖੁਸ਼ ਨੇ, ਮਤਲਬ ਉਹ ਇਸੇ ਕਰਕੇ ਸਾਰੇ ਸੋਚਦੇ ਨੇ ਕੋਈ ਬਦਲਾਅ ਹੋਏਗਾ। ਬਟ ਬਦਲਾਅ ਜਿੱਦਾਂ ਆਪਾਂ ਚੁਟਕੀਆਂ ਮਾਰ ਕੇ ਸੋਚਦੇ ਇਸ ਤਰੀਕੇ ਨਾਲ ਨਹੀਂ ਹੋਏਗਾ। ਯੂ ਰਾਈਟਲੀ ਸੈਡ ਕਿ ਯੂ ਨੀਡ ਟੂ ਪਲਾਨ ਇਟ, ਪਲੈਨਿੰਗ, ਐਗਜ਼ੀਕਿਊਸ਼ਨ, ਇਹ ਸਭ ਕੁਝ ਕਰਨ ਲਈ ਸਮਾਂ ਲੱਗੇਗਾ। ਔਰ ਯੈਸ, ਜਦੋਂ ਸਮਾਂ ਆਏਗਾ ਉਦੋਂ ਵੇਖਾਂਗੇ, ਬਟ ਫਿਲਹਾਲ ਦਾ ਸਮਾਂ ਆ, ਸਟੂਡੈਂਟ ਰੁਕਣ ਵਾਲੇ ਨਹੀਂ ਹੈਗੇ। ਸੋ ਜਿਹੜੀਆਂ ਇਮੀਗ੍ਰੈਂਟਸ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਬਾਹਰ ਉਸੇ ਤਰੀਕੇ ਨਾਲ ਗਰੋ ਰਹਿਣਗੀਆਂ, ਔਰ ਇਸੇ ਤਰੀਕੇ ਨਾਲ ਇਸ ਮਾਰਕੀਟ ਤੋਂ ਜਿਹੜਾ ਪਲਾਇਨ ਉਹ ਹੁੰਦਾ ਰਹੇਗਾ ਜੀ। ਸੋ ਆਈ ਹੋਪ ਕਿ ਸਾਡੇ ਜੋ ਦਰਸ਼ਕ ਨੇ ਉਹਨਾਂ ਨੂੰ ਆਪਣੀ ਕੁਐਰੀਜ਼ ਦਾ ਜਵਾਬ ਜ਼ਰੂਰ ਮਿਲਿਆ, ਔਰ ਸੋ ਇਨਬਾਕਸ ਦੇ ਵਿੱਚ ਹੋਰ ਕੁਐਰੀਜ਼ ਭੇਜੋ ਤਾਂ ਕਿ ਤੁਹਾਨੂੰ ਤੁਹਾਡੀਆਂ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ। ਸੋ ਅਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਹਰ ਵਾਰ ਦੀ ਤਰ੍ਹਾਂ ਤੁਸੀਂ ਨੌਲੇਜ ਦਿੱਤੀ, ਐਨਲਾਈਟਨ ਕੀਤਾ ਸਾਡੇ ਦਰਸ਼ਕਾਂ ਨੂੰ। ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਬਹੁਤ ਸ਼ੁਕਰੀਆ। ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਰਹੋ। ਸੋ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।